ਦੁਨੀਆ ਭਰ ਵਿੱਚ ਦੇਖਦੇ ਸਾਰੇ ਦੋਸਤਾਂ ਨੂੰ ਹਰਿੰਦਰ ਸਿੰਘ ਪੀਸਲਾ ਵੱਲੋਂ ਬਹੁਤ ਹੀ ਨਿੱਘੀ ਜੀ ਆਇਆਂ। ਭਾਰਤ ਦੇ ਵਿੱਚ 5 ਰਾਜਾਂ ਦੀਆਂ ਹੋ ਰਹੀਆਂ ਚੋਣਾਂ ਦੇ ਵਿੱਚ ਬੇਸ਼ੱਕ ਪੂਰੀ ਦੁਨੀਆ ਭਰ ਦੇ ਵਿੱਚ ਵਸਦੇ ਭਾਰਤੀਆਂ ਦੀ ਦਿਲਚਸਪੀ ਹੈ। ਉਹਨਾਂ ਸੂਬਿਆਂ ਦੇ ਵਿੱਚ ਰਹਿ ਰਹੇ ਜਿਹੜੇ ਨਾਗਰਿਕ ਹਨ ਉਹਨਾਂ ਦਾ ਇਹਨਾਂ ਚੋਣਾਂ ਦੇ ਵਿੱਚ ਸ਼ਾਮਲ ਹੋਣਾ ਔਰ ਇਹਦੇ ਵਿੱਚ ਦਿਲਚਸਪੀ ਹੋਣਾ ਜਿਹੜੀ ਉਹ ਸੁਭਾਵਿਕ ਹੀ ਹੈ। ਪਰ ਕਿਉਂਕਿ ਦਿੱਲੀ ਦੇ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਦਾ ਭਵਿੱਖ ਆ ਜਿਹੜਾ ਜਾਂ ਉਸ ਦੇ ਵਿੱਚ ਮੁੜ ਕੇ ਗੱਲਬਾਤ ਸ਼ੁਰੂ ਹੋਣ ਨੂੰ ਇਹਨਾਂ 5 ਰਾਜਾਂ ਦੇ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਕਰਕੇ ਇਹਨਾਂ ਚੋਣਾਂ ਦਾ ਪੈਣ ਵਾਲੀਆਂ ਵੋਟਾਂ ਤੇ ਇਹਨਾਂ ਦੇ ਨਿਕਲਣ ਵਾਲੇ ਨਤੀਜਿਆਂ ਦੇ ਉੱਤੇ ਪੂਰੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਭਾਰਤੀ ਹਨ ਉਹਨਾਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ, ਪੰਜਾਬੀਆਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ। ਅਸਾਮ ਦੇ ਵਿੱਚ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਹੁਣ ਵੀ ਬਹੁਤ ਸਾਰੇ ਜਿਹੜੇ ਚੋਣ ਸਰਵੇਖਣ ਹਨ ਉਹਨਾਂ ਦੇ ਵਿੱਚ ਬਹੁਤ ਹੀ ਫਾਸਮੇ ਮੁਕਾਬਲੇ ਦੀ ਜਿਹੜੀ ਗੱਲ ਆ ਉਹ ਇਸ ਇਲੈਕਸ਼ਨ ਦੇ ਵਿੱਚ ਜੋ ਕਾਂਗਰਸ ਦੀ ਅਗਵਾਈ ਦੇ ਵਿੱਚ ਬਣਿਆ ਹੋਇਆ ਗੱਠਜੋੜ ਹੈ ਉਸ ਦੇ ਨਾਲ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਦੀਆਂ ਚੋਣਾਂ ਦੇ ਉੱਤੇ ਸਭ ਨਾਲੋਂ ਜ਼ਿਆਦਾ ਨਿਗਾਹਾਂ ਇਸ ਕਰਕੇ ਲੱਗੀਆਂ ਹੋਈਆਂ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਸਾਰਾ ਜਿਹੜਾ ਧਿਆਨ ਆ ਉਹ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਕੇਂਦਰਿਤ ਕੀਤਾ ਹੋਇਆ ਹੈ ਔਰ ਮਮਤਾ ਬੈਨਰਜੀ ਜਿਨ੍ਹਾਂ ਦੀ ਤਰਮੂਲ ਕਾਂਗਰਸ ਹੈ ਜਿਹੜੀ ਉਹ ਦੂਜੀ ਟਰਮ ਆਪਣੀ 10 ਸਾਲ ਲਗਾਤਾਰ ਰਾਜ ਸੱਤਾ ਦੇ ਉੱਤੇ ਜਿਹੜਾ ਆਪਣਾ ਸਮਾਂ ਪੂਰਾ ਕਰਨ ਜਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਉਸ ਨੂੰ ਇਸ ਸੱਤਾ ਤੋਂ ਪਾਸੇ ਕਰਨ ਦੇ ਲਈ ਆਪਣਾ ਪੂਰਾ ਟੱਲ ਲਾ ਰਹੀ ਆ। ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਹੋਰ ਰਾਜ ਕੇਰਲਾ ਦੀ, ਜਿੱਥੇ ਪਿਛਲੇ 5 ਸਾਲਾਂ ਤੋਂ CPIM ਦੀ ਅਗਵਾਈ ਦੇ ਵਿੱਚ ਉਸ ਗੱਠਜੋੜ ਦੀ ਸਰਕਾਰ ਚੱਲ ਰਹੀ ਆ ਔਰ ਕੇਰਲਾ ਉਹ ਰਾਜ ਆ ਜਿਸ ਰਾਜ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਅਜੇ ਤੱਕ ਭਾਰਤੀ ਜਨਤਾ ਪਾਰਟੀ ਨੂੰ ਕੇਰਲਾ ਦੇ ਵਿੱਚ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ। 2016 ਦੀਆਂ ਚੋਣਾਂ ਦੇ ਵਿੱਚ ਵੀ ਸਿਰਫ ਇੱਕ MLA ਆ ਜਿਹੜਾ ਉਹ ਜਿੱਤ ਸਕਿਆ ਸੀ ਭਾਰਤੀ ਜਨਤਾ ਪਾਰਟੀ ਦਾ। ਪਰ ਸਭ ਨਾਲੋਂ ਹੈਰਾਨੀ ਇਹ ਹੁੰਦੀ ਆ ਕਿ RSS ਜਿਹੜੀ ਕਿ ਮਾਂ ਸਮਝੀ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਦੀ, ਕਿਉਂਕਿ ਚਾਹੇ ਪਹਿਲਾਂ ਹਿੰਦੂ ਮਹਾਸਭਾ ਸੀ, ਉਸ ਤੋਂ ਬਾਅਦ ਜਨਸੰਘ ਸੀ ਤੇ ਜਨਸੰਘ ਤੋਂ ਬਾਅਦ ਜਨਤਾ ਦਲ ਦੇ ਵਿੱਚ ਰਲੇਵੇਂ ਤੋਂ ਬਾਅਦ ਜਦ ਮੁੜ ਕੇ ਫੇਰ ਜਨਸੰਘ ਨੇ ਭਾਰਤੀ ਜਨਤਾ ਪਾਰਟੀ ਦਾ ਰੂਪ ਲਿਆ ਤਾਂ ਇਸ ਨੂੰ ਇੱਕ ਤਰ੍ਹਾਂ ਦੇ ਨਾਲ RSS ਦਾ ਰਾਸ਼ਟਰੀ ਸਵੈਮ ਸੰਘ ਦਾ ਜਿਹੜਾ ਉਹ ਪੋਲੀਟੀਕਲ ਵਿੰਗ ਹੀ ਸਮਝਿਆ ਜਾਂਦਾ ਜਿਹੜਾ ਚੋਣਾਂ ਦੇ ਵਿੱਚ ਹਿੱਸਾ ਲੈਂਦਾ। ਔਰ ਹੈਰਾਨੀ ਇਹ ਆ ਕਿ ਪਿਛਲੇ 80 ਸਾਲਾਂ ਤੋਂ ਲਗਾਤਾਰ ਕੇਰਲਾ ਦੇ ਵਿੱਚ RSS ਦੀਆਂ ਜਿਹੜੀਆਂ ਇਸ ਵੇਲੇ ਵੀ ਹੁਣ 45 ਦੇ ਕਰੀਬ ਆ, ਜਿਹੜੀਆਂ 4500 ਦੇ ਕਰੀਬ ਸ਼ਾਖਾਵਾਂ ਜਿਹੜੀਆਂ ਉਹ ਕੇਰਲਾ ਦੇ ਵਿੱਚ ਲੱਗ ਰਹੀਆਂ ਔਰ ਲਗਾਤਾਰ RSS ਆ ਜਿਹੜੀ ਇਸ ਕੇਰਲਾ ਸੂਬੇ ਦੇ ਵਿੱਚ ਆਪਣਾ ਆਧਾਰ ਬਣਾਉਣ ਦੇ ਲਈ ਕੋਸ਼ਿਸ਼ ਕਰ ਰਹੀ ਆ। ਪਰ ਅਜੇ ਤੱਕ ਆ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੂੰ ਉਸ ਤਰ੍ਹਾਂ ਦੀ ਕਾਮਯਾਬੀ ਨਹੀਂ ਮਿਲੀ ਜਿਸ ਤਰ੍ਹਾਂ ਦੀ ਕਾਮਯਾਬੀ ਦੇ ਉਹ ਕੇਰਲਾ ਦੇ ਵਿੱਚ ਇੱਛਾਵਾਨ ਹਨ। ਔਰ ਨਾਲ ਦੀ ਨਾਲ ਇਹ ਆ ਕਿ ਜੋ ਕੇਰਲਾ ਦੇ ਵਿੱਚੋਂ ਖਬਰਾਂ ਆ ਰਹੀਆਂ ਹਨ ਉਹਨਾਂ ਖਬਰਾਂ ਦੇ ਵਿੱਚ ਬੇਸ਼ੱਕ ਅਜੇ ਵੀ ਆ ਜਿਹੜਾ ਉਹ ਕੇਰਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲਣ ਦੀਆਂ ਪੇਸ਼ਨਗੋਈਆਂ ਤੇ ਨਹੀਂ ਕੀਤੀਆਂ ਜਾ ਰਹੀਆਂ। ਪਰ ਭਾਰਤੀ ਜਨਤਾ ਪਾਰਟੀ ਔਰ RSS ਆ ਜਿਹੜੀ ਉਹ ਇਸ ਰਾਜ ਦੇ ਵਿੱਚ ਵੀ ਆ ਜਿਹੜਾ ਉਹ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਪ੍ਰਚਾਰ ਵੱਲੋਂ ਜੋ CPIM ਦੀ ਅਗਵਾਈ ਦੇ ਵਿੱਚ ਬਣਿਆ ਹੋਇਆ ਗੱਠਜੋੜ ਹੈ ਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਬਣਿਆ ਹੋਇਆ ਜਿਹੜਾ ਗੱਠਜੋੜ ਹੈ ਉਸ ਨਾਲੋਂ ਪ੍ਰਚਾਰ ਦੇ ਮਾਮਲੇ ਦੇ ਵਿੱਚ ਵੀ ਔਰ ਹਰ ਤਰ੍ਹਾਂ ਖਰਚ ਕਰਨ ਦੇ ਮਾਮਲੇ ਦੇ ਵਿੱਚ ਵੀ ਆ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਅੱਗੇ ਦਿਸ ਰਹੀ ਆ। ਪਰ ਕਿਉਂਕਿ ਪੇਸ਼ਨਗੋਈਆਂ ਇਹ ਕੀਤੀਆਂ ਜਾ ਰਹੀਆਂ ਕਿ ਜਿਹੜੀ ਇੱਕ ਸੀਟ ਪਿਛਲੀ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਸੀ ਉਸ ਸੀਟ ਨੂੰ ਵੀ ਅਗਰ ਕਿਉਂਕਿ ਜਿਵੇਂ ਵਿਰੋਧੀ ਧਿਰਾਂ ਦਾਅਵਾ ਕਰ ਰਹੀਆਂ ਕਿ ਅਗਰ ਭਾਰਤੀ ਜਨਤਾ ਪਾਰਟੀ ਉਹ ਇੱਕ ਸੀਟ ਨਿਯਮਮ ਦੀ ਸੀਟ ਜਿਹੜੀ 2016 ਦੀਆਂ ਇਲੈਕਸ਼ਨਾਂ ਦੇ ਵਿੱਚ ਉੱਥੋਂ MLA ਰਾਜਗੋਪਾਲ ਹੋਰੀ ਜਿੱਤੇ ਸਨ ਉਹ ਵੀ ਉਹ ਜਿਹੜਾ ਬਰਕਰਾਰ ਰੱਖ ਜਾਣ ਤੇ ਇਸ ਨੂੰ ਵੀ ਵੱਡੀ ਕਾਮਯਾਬੀ ਜਿਹੜੀਆਂ ਬਾਕੀ ਦੀਆਂ ਸਿਆਸੀ ਪਾਰਟੀਆਂ ਸਮਝ ਰਹੀਆਂ। ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਜੋ
ਇਸ ਵਕਤ ਜਿਹੜਾ ਭਾਰਤੀ ਜਨਤਾ ਪਾਰਟੀ ਜਾਂ RSS ਵੱਲੋਂ ਏਡੀ ਵੱਡੀ ਪੱਧਰ ਦੇ ਉੱਤੇ ਕੇਰਲਾ ਦੇ ਵਿੱਚ ਚੋਣ ਮੁਹਿੰਮ ਚਲਾਉਣ ਦੇ ਬਾਵਜੂਦ ਵੀ, ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਸਾਰੀਆਂ ਜਿਹੜੀਆਂ ਚੋਣਾਂ ਹਨ, ਕਿਸੇ ਵੀ ਪੱਧਰ ਦੀਆਂ ਚੋਣਾਂ ਹੋਣ, ਉਹਨਾਂ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਕੇ ਲੜਦੇ ਹਨ। ਔਰ ਕੇਰਲਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, JP ਨੱਡਾ ਅਤੇ ਹੋਰ ਬਹੁਤ ਸਾਰੇ ਆਗੂ ਆ ਜਿਹੜੇ ਉਹ ਇਹਨਾਂ ਚੋਣਾਂ ਦੇ ਵਿੱਚ ਕੇਰਲਾ ਦੇ ਵਿੱਚ ਵੀ ਆਪਣਾ ਜਿਹੜਾ ਪੂਰਾ ਜ਼ੋਰ ਲਾ ਰਹੇ ਆ। ਪਰ ਜਦ ਪੱਤਰਕਾਰਾਂ ਨੇ ਪਿਛਲੀ ਵਾਰ ਜਿੱਤੇ ਇੱਕੋ ਹੀ ਇਕਲੌਤੇ MLA ਰਾਜਗੋਪਾਲ ਹੁਣਾਂ ਨੂੰ ਇਹ ਪੁੱਛਿਆ ਕਿ ਕੀ ਕਾਰਨ ਆ ਕਿ ਕੇਰਲਾ ਦੇ ਵਿੱਚ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਉਹ ਕਾਮਯਾਬੀ ਨਹੀਂ ਮਿਲ ਰਹੀ ਜੋ ਉਹਨਾਂ ਨੂੰ ਹੋਰ ਸੂਬਿਆਂ ਦੇ ਵਿੱਚ ਮਿਲ ਰਹੀ ਆ, ਤੇ ਉਹਦੇ ਬਾਰੇ ਦੇ ਵਿੱਚ ਆ ਜਿਹੜਾ ਉਹ ਰਾਜਗੋਪਾਲ ਹੁਣਾਂ ਦਾ ਜਵਾਬ ਹੈ ਜਿਹੜਾ ਉਹ ਬੜਾ ਹੈਰਾਨੀਕੁੰਨ ਸੀ। ਉਹਨਾਂ ਨੇ ਕਿਹਾ ਕਿ ਇੱਕ ਤਾਂ ਇਹ ਸੂਬਾ ਜਿਹੜਾ ਕੇਰਲਾ ਸੂਬਾ ਆ, ਇਸ ਸੂਬੇ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਆ, ਔਰ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਕੇਰਲਾ ਦੇ ਲੋਕ ਹਨ ਉਹ ਬਹੁਤ ਜ਼ਿਆਦਾ ਜਾਗਰੂਕ ਹਨ। ਇੱਕ ਹਰ ਘਰ ਦੇ ਵਿੱਚ, ਔਸਤ ਘਰਾਂ ਦੇ ਵਿੱਚ ਆ ਜਿਹੜੀਆਂ 3-3 4-4 ਅਖਬਾਰਾਂ ਪਹੁੰਚਦੀਆਂ, ਔਰ ਹਰ ਨਾਗਰਿਕ ਆ ਜਿਹੜਾ ਕੇਰਲਾ ਦਾ ਉਹ ਇੰਨਾ ਜਾਗਰੂਕ ਆ ਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ, MLA ਰਾਜਗੋਪਾਲ ਹੁਣਾਂ ਦੇ ਸ਼ਬਦਾਂ ਦੇ ਵਿੱਚ, ਕਿ ਜਿਵੇਂ ਹੋਰ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਦੇ ਕਲਾਵੇ ਦੇ ਵਿੱਚ ਆ ਕੇ ਜਿਹੜੇ ਲੋਕ ਹਨ ਉਹ ਇੱਕ ਖਾਸ ਵਹਿਣ ਦੇ ਵਿੱਚ ਬਹਿ ਜਾਂਦੇ ਹਨ, ਕੇਰਲਾ ਦੇ ਲੋਕ ਆ ਜਿਹੜੇ ਉਹ ਇਸ ਵਹਿਣ ਦੇ ਵਿੱਚ ਨਹੀਂ ਬਹਿੰਦੇ। ਔਰ ਇਸੇ ਕਰਕੇ ਆ ਜਿਹੜਾ ਉਹ ਅਜੇ ਤੱਕ ਭਾਰਤੀ ਜਨਤਾ ਪਾਰਟੀ ਆ ਉਹ ਆਪਣੀ ਕਾਮਯਾਬੀ ਆ ਜਿਹੜੀ ਉਹ ਕੇਰਲਾ ਦੇ ਵਿੱਚ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਈ। ਇਸ ਦੇ ਨਾਲ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਹਨ ਉਹਨਾਂ ਦੇ ਮੁਤਾਬਕ ਕੇਰਲਾ ਦੀ ਆਬਾਦੀ ਦਾ ਜਿਹੜਾ ਤਨਾਸਬ ਹੈ, ਜਿਹੜਾ ਉੱਥੇ ਵੱਖ-ਵੱਖ ਜਿਹੜੇ ਧਾਰਮਿਕ ਅਕੀਦੇ ਨੂੰ ਮੰਨਣ ਵਾਲੇ ਲੋਕ ਹਨ ਉਹਨਾਂ ਦੀ ਜੋ ਪਰਸੈਂਟੇਜ ਹੈ ਉਹ ਵੀ ਇੱਕ ਵੱਡਾ ਕਾਰਨ ਹੈ। 45% ਆਬਾਦੀ ਆ ਜਿਹੜੀ ਉਹ ਕੇਰਲਾ ਦੇ ਵਿੱਚ ਗੈਰ ਹਿੰਦੂ ਆਬਾਦੀ ਆ, ਜਿਹਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਤੇ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਆ ਜਿਹੜੇ ਉਹਨਾਂ ਦੀ ਗਿਣਤੀ ਆ ਜਿਹੜੀ ਉਹ 45% ਦੇ ਕਰੀਬ ਆ, ਔਰ 55% ਹਿੰਦੂ ਵੋਟ ਆ, ਜਿਸ ਵੋਟ ਦੇ ਉੱਤੇ ਸਭ ਨਾਲੋਂ ਜ਼ਿਆਦਾ ਧਿਆਨ ਆ ਜਿਹੜਾ ਉਹ RSS ਤੇ ਭਾਰਤੀ ਜਨਤਾ ਪਾਰਟੀ ਦਿੰਦੀ ਆ। ਪਰ ਇਸ 45% ਵੋਟ ਦੇ ਵਿੱਚੋਂ ਵੀ ਆ ਜਿਹੜਾ ਉਹ ਬਹੁਤ ਸਾਰੀ ਵੋਟ ਆ ਜਿਹੜੀ ਉਹ ਕਾਂਗਰਸ ਤੇ ਖੱਬੇ CPIM ਦੀ ਅਗਵਾਈ 'ਚ ਬਣੇ ਹੋਇਆ ਜਿਹੜਾ ਗੱਠ ਜੋੜਿਆ ਉਸ ਦੇ ਵਿੱਚ ਵੰਡੀ ਜਾਂਦੀ ਆ। ਪਰ RSS ਜਾਂ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਲੰਮੇ ਸਮੇਂ ਦੀ ਇੱਕ ਰਣਨੀਤੀ ਲੈ ਕੇ ਕੇਰਲਾ ਦੇ ਵਿੱਚ ਚੱਲ ਰਿਹਾ, ਔਰ ਜਿਨ੍ਹਾਂ ਵੀ RSS ਦੇ ਆਗੂਆਂ ਦੇ ਨਾਲ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨਾਲ ਵੱਖ-ਵੱਖ ਪੱਤਰਕਾਰਾਂ ਦੀ ਕੇਰਲਾ ਦੇ ਵਿੱਚ ਗੱਲਬਾਤ ਹੋਈ ਆ, ਉਹਨਾਂ ਵੱਲੋਂ ਇਹ ਇਸ ਆਸ ਦੇ ਨਾਲ ਕਿ ਲਗਾਤਾਰ ਪਿਛਲੀਆਂ ਚੋਣਾਂ ਤੋਂ ਕੇਰਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਵੋਟਾਂ ਹਨ ਉਹਨਾਂ ਦੀ ਪਰਸੈਂਟੇਜ ਵੱਧ ਰਹੀ ਆ, ਔਰ 2019 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਸਨ ਉਹਨਾਂ ਚੋਣਾਂ ਦੇ ਵਿੱਚ ਬੇਸ਼ੱਕ ਕੇਰਲਾ ਦੇ ਵਿੱਚੋਂ ਕੋਈ ਵੀ ਸੀਟ ਆ ਜਿਹੜੀ ਉਹ ਪਾਰਲੀਮੈਂਟ ਦੀ ਜਿੱਤਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬ ਨਹੀਂ ਸੀ ਹੋਈ, ਪਰ ਉਹ ਇਸ ਗੱਲ ਤੋਂ ਭਰੋਸੇ ਦੇ ਵਿੱਚ ਹਨ ਕਿ 15% ਜਿਹੜੀ ਆ ਵੋਟਾਂ ਉਹ ਭਾਰਤੀ ਜਨਤਾ ਪਾਰਟੀ ਕੇਰਲਾ ਦੇ ਵਿੱਚ ਲੈਣ ਦੇ ਵਿੱਚ ਕਾਮਯਾਬ ਰਹੀ ਸੀ। ਔਰ ਇਸ ਵਾਰੀ ਜਿੱਥੇ ਬਾਕੀ ਵਿਰੋਧੀ ਪਾਰਟੀਆਂ ਜਿਹੜੀਆਂ ਹਨ ਉਹ ਕੇਰਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕੋ ਇੱਕ ਸੀਟ ਆ ਜਿਹੜੀ ਨਿਮਮ ਦੀ, ਉਹ ਵੀ ਦਾਅਵਾ ਕਰ ਰਹੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਨਹੀਂ ਜਿੱਤ ਸਕੇਗੀ। ਪਰ ਭਾਰਤੀ ਜਨਤਾ ਪਾਰਟੀ ਇਹ ਆਸ ਕਰਦੀ ਆ ਕਿ ਉਹ ਇਸ ਜਿਹੜੀ ਆ ਚੋਣ ਦੇ ਵਿੱਚ ਆ ਜਿਹੜਾ ਉਹ ਜ਼ਰੂਰ ਆ ਜਿਹੜਾ ਅੱਗੇ ਨਾਲੋਂ ਆਪਣੀਆਂ ਵੋਟ ਪਰਸੈਂਟ ਵੀ ਵਧਾਉਣਗੇ, ਤੇ ਸ਼ਾਇਦ ਉਹ ਦੋ ਦਹਾਈਆਂ ਦੇ ਵਿੱਚ ਆ ਜਿਹੜਾ ਉਹ ਕੇਰਲਾ ਦੀ ਵਿਧਾਨ ਸਭਾ ਦੇ ਵਿੱਚ ਆਪਣੇ MLA ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਣ, ਔਰ ਕਿੰਗ ਮੇਕਰ ਦੀ ਭੂਮਿਕਾ ਆ ਜਿਹੜੀ ਉਹ ਕਿੰਗ ਮੇਕਰ ਦੀ ਭੂਮਿਕਾ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਸਮਝਦੀ ਆ ਕਿ ਉਹਨਾਂ ਦੇ ਹੱਥ ਦੇ ਵਿੱਚ ਹੋਏਗੀ। ਔਰ ਇਹੀ ਕਾਰਨ ਆ ਕਿ ਉਹਨਾਂ ਨੇ ਸ਼੍ਰੀ ਧਰਨ, ਜਿਨ੍ਹਾਂ ਨੂੰ ਕਿ ਭਾਰਤ ਦੇ ਵਿੱਚ ਆ ਜਿਹੜਾ ਰੇਲਵੇ ਦੇ ਵਿੱਚ
ਦਿੱਲੀ ਦੇ ਵਿੱਚ ਮੈਟਰੋ ਤੇ ਮੈਟਰੋ ਮੈਨ ਦੇ ਤੌਰ ਦੇ ਉੱਤੇ ਜਿਨ੍ਹਾਂ ਨੂੰ ਜਾਣਿਆ ਜਾਂਦਾ, ਉਹਨਾਂ ਨੂੰ ਕੇਰਲਾ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਜੋ ਉਮਰ ਦੀ ਇੱਕ ਹੱਦ ਬੰਨੀ ਹੋਈ ਸੀ, ਜਿਸ ਦੀ ਵਜ੍ਹਾ ਕਰਕੇ ਵੱਡੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਹੁਣਾਂ ਨੂੰ ਆ ਜਿਹੜਾ ਉਹ ਸਿਆਸਤ ਤੋਂ ਬਾਹਰ ਕੀਤਾ ਹੋਇਆ ਔਰ ਉਹਨਾਂ ਨੂੰ ਸਲਾਹਕਾਰ ਬੋਰਡ ਬਣਾ ਕੇ ਜਿਹੜਾ ਪਾਰਟੀ ਤੋਂ ਪਾਸੇ ਕੀਤਾ ਹੋਇਆ। ਉਸ ਉਮਰ ਦੇ ਹੋਣ ਦੇ ਬਾਵਜੂਦ ਵੀ ਸ਼੍ਰੀ ਧਰਨ ਹੁਣਾਂ ਨੂੰ ਆ ਜਿਹੜਾ ਉਹ ਕੇਰਲਾ ਦੇ ਵਿੱਚ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਇਆ ਗਿਆ। ਔਰ ਇਸ ਦੇ ਨਾਲ ਇਹ ਆ ਜਿਹੜਾ ਪਹਿਲੀ ਵਾਰੀ ਕਿਸੇ ਸਟੇਟ ਦੇ ਵਿੱਚ ਆ ਜਿਹੜਾ ਉਹ 5 ਮੁਸਲਿਮ ਉਮੀਦਵਾਰਾਂ ਨੂੰ ਕੇਰਲਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਟਿਕਟਾਂ ਦਿੱਤੀਆਂ ਹਨ, ਜਦ ਕਿ ਯੂਪੀ ਵਰਗੀ ਸਟੇਟ ਜਾਂ ਹੋਰ ਜਿਹੜੀਆਂ ਸਟੇਟਾਂ ਹਨ ਜਿਨ੍ਹਾਂ ਦੇ ਵਿੱਚ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਹੈ, ਉਹਨਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਕਿਸੇ ਮੁਸਲਿਮ ਭਾਈਚਾਰੇ ਦੇ ਉਮੀਦਵਾਰ ਨੂੰ ਟਿਕਟ ਦੇਣ ਤੋਂ ਗੁਰੇਜ਼ ਕਰਦੀ ਰਹੀ ਆ। ਇਹ ਦੇਖਣ ਵਾਲਾ ਹੋਏਗਾ ਕਿ ਕੇਰਲਾ ਦੇ ਵਿੱਚ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਇਸ ਸਾਰੀ ਆਪਣੀ ਚੋਣ ਮੁਹਿੰਮ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਕਿੱਥੇ ਕੁ ਤੱਕ ਆ ਜਿਹੜੀ ਉਹ ਕਾਮਯਾਬੀ ਲੈਣ ਦੇ ਵਿੱਚ ਕਾਮਯਾਬ ਹੋ ਸਕਦੀ ਆ। ਪਰ ਨਾਲ ਦੀ ਨਾਲ ਜਿਵੇਂ ਕੇਰਲਾ ਦਾ ਪਿਛਲੇ ਕਈ ਦਹਾਕਿਆਂ ਦਾ ਇਤਿਹਾਸ ਰਿਹਾ ਹੈ ਕਿ ਉੱਥੇ ਵਾਰੀ-ਵਾਰੀ ਸਿਰ ਆ ਜਿਹੜਾ ਉਹ CPIM ਦੀ ਅਗਵਾਈ ਵਾਲਾ ਗੱਠਜੋੜ ਤੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਆ ਜਿਹੜਾ ਵਾਰੀ-ਵਾਰੀ 5-5 ਸਾਲ ਲਈ ਰਾਜ ਕਰਦਾ ਰਿਹਾ। ਪਰ ਇਸ ਵਾਰੀ ਪਹਿਲੀ ਵਾਰ ਹੋ ਰਿਹਾ ਕਿ ਜਿੰਨੇ ਵੀ ਹੁਣ ਤੱਕ ਚੋਣ ਸਰਵੇਖਣ ਆਏ ਹਨ ਉਹ ਮੁੜ ਕੇ ਫੇਰ CPIM ਦੀ ਅਗਵਾਈ ਵਾਲੇ ਗੱਠਜੋੜ ਦੇ ਸੱਤਾ ਦੇ ਵਿੱਚ ਆਉਣ ਦੀ ਪੇਸ਼ਨਗੋਈ ਕਰ ਰਹੇ ਹਨ। ਬੇਸ਼ੱਕ ਉਹਨਾਂ ਦੀਆਂ ਸੀਟਾਂ ਕੁਝ ਘਟ ਜਾਣ, ਪਰ ਇਸ ਗੱਲ ਦੇ ਲਈ ਜੇ ਅਗਰ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਆ ਜਿਹੜਾ ਦੂਜੀ ਵਾਰ ਕੇਰਲਾ ਦੇ ਵਿੱਚ ਹਾਰ ਜਾਂਦਾ ਤੇ ਇਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਬਹੁਤ ਆਸ ਲਾਈ ਬੈਠੀ ਆ ਕਿ ਨਿਰਾਸ਼ਾ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਆਗੂ ਆ ਉਹ ਦੂਜਿਆਂ ਸੂਬਿਆਂ ਵਾਂਗੂ ਕੇਰਲਾ ਦੇ ਵਿੱਚ ਵੀ ਆ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਵੱਲ ਨੂੰ ਆਉਣਗੇ ਔਰ ਉਸ ਤੋਂ ਅਗਲੀਆਂ ਆਉਣ ਵਾਲੀਆਂ ਚੋਣਾਂ ਜਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਨਿਰਾਸ਼ ਆਗੂਆਂ ਨੂੰ ਅਗਰ ਕਾਂਗਰਸ ਕੇਰਲਾ ਦੇ ਵਿੱਚ ਆਪਣੀ ਜਿਹੜੀ ਆ ਉਹ ਇਸ ਵਾਰੀ ਜਿੱਤ ਦਰਜ ਕਰਨ ਦੇ ਵਿੱਚ ਕਾਮਯਾਬ ਨਹੀਂ ਰਹਿੰਦੀ ਤੇ ਖਿੱਚਣ ਦੇ ਵਿੱਚ ਕਾਮਯਾਬ ਹੋਣਗੇ। ਔਰ ਕੇਂਦਰੀ ਲੀਡਰਸ਼ਿਪ ਆ ਜਿਹੜੀ ਕਾਂਗਰਸ ਦੀ ਉਹ ਜਿੰਨੀ ਕਮਜ਼ੋਰ ਹੋ ਰਹੀ ਆ, ਜਿੰਨੀ ਉਹ ਫੈਸਲੇ ਲੈਣ ਦੇ ਵਿੱਚ ਜਿਹੜੀ ਹਿਚਕਚਾਹਟ ਜਿਹੜੀ ਆ ਉਹ ਪ੍ਰਗਟ ਕਰ ਰਹੀ ਆ, ਉਸ ਤੋਂ ਕਾਂਗਰਸ ਦੇ ਕੇਰਲਾ ਦੇ ਵਿੱਚ ਦੂਜੀ ਵਾਰ ਅਗਰ ਉਹ ਹਾਰ ਜਾਂਦੀ ਆ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਸੋਚਿਆ ਜਾ ਰਿਹਾ ਹੈ ਉਹਦੇ ਪੂਰਾ ਹੋਣ ਦੇ ਵਿੱਚ ਆ ਜਿਹੜਾ ਉਹ ਲੱਗਦਾ ਹੈ ਕਿ ਉਹਨਾਂ ਦੀਆਂ ਸੰਭਾਵਨਾਵਾਂ ਇਹ ਬਣ ਸਕਦੀਆਂ ਹਨ। ਇਸ ਕਰਕੇ ਕੇਰਲਾ ਰਾਜ ਦੀ ਜਿਹੜੀ ਇਲੈਕਸ਼ਨ ਆ ਉਹ ਵੀ ਭਾਰਤ ਦੀ ਰਾਜਨੀਤੀ ਦੇ ਵਿੱਚ ਬੜੀ ਮਹੱਤਵਪੂਰਨ ਆ ਔਰ ਖਾਸ ਤੌਰ ਦੇ ਉੱਤੇ ਇਹ 5 ਰਾਜਾਂ ਦੀਆਂ ਚੋਣਾਂ ਔਰ ਪੱਛਮੀ ਬੰਗਾਲ ਦੀ ਜਿਹੜੀ ਚੋਣ ਆ ਜੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਚੰਗੀ ਆਪਣੀ ਕਾਮਯਾਬੀ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਆ ਤਾਂ ਇਹਦਾ ਅਸਰ ਆ ਜਿਹੜਾ ਉਹ ਭਾਰਤ ਦੀ ਰਾਜਨੀਤੀ ਦੇ ਉੱਤੇ ਬਹੁਤ ਦੂਰ ਤੱਕ ਪਵੇਗਾ। ਔਰ ਖਾਸ ਤੌਰ ਦੇ ਉੱਤੇ ਕਿਸਾਨੀ ਅੰਦੋਲਨ ਜਿਹਦੇ ਵਿੱਚ ਹੁਣ ਹੋਰ ਵੀ ਜਿਹੜੇ ਵਰਗ ਆ ਉਹ ਜੁੜ ਰਹੇ ਹਨ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪੈਣ ਵਾਲਾ ਹੋਏਗਾ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਹੋਰ ਜਿਹੜੀਆਂ ਚਰਚਾ ਹੈ ਉਹ ਲੈ ਕੇ ਹਾਜ਼ਰ ਹੁੰਦਾ ਰਹਾਂਗਾ। ਅਗਰ ਤੁਹਾਨੂੰ ਮੇਰੀ ਗੱਲਬਾਤ ਚੰਗੀ ਲੱਗੇ, ਪਸੰਦ ਆਵੇ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਇਸ ਚੈਨਲ ਨੂੰ ਸਾਂਝਾ ਕਰੋ, ਉਹਨਾਂ ਨੂੰ ਵੀ ਸਬਸਕ੍ਰਾਈਬ ਕਰਨ ਦੇ ਲਈ ਪ੍ਰੇਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।